ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹ ਜਾਪਦਾ ਹੈ ਕਿ ਭਾਰਤ ਸਰਕਾਰ ਵਿਸਾਖੀ ਦੇ ਮੌਕੇ ਤੇ ਵੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕੇਗੀ। 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਮੌਕੇ ਸਿੱਖ ਜਥੇ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਇੱਕ ਅਜੀਬੋ-ਗਰੀਬ ਜਿਹੜਾ ਬਹਾਨਾ ਘੜਿਆ ਹੈ। ਸੋ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਨੂੰ ਭਾਰਤ ਸਰਕਾਰ ਦੀ ਬਦਨੀਅਤੀ ਦੱਸਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਭਾਰਤ ਦੇ ਵਿੱਚ ਕੀ ਮਾਹੌਲ ਹੈ ਅਕਲੀਅਤਾਂ ਦੇ ਲਈ, ਕਿਵੇਂ ਮੁਸਲਮਾਨ, ਈਸਾਈ, ਸਿੱਖ, ਦਲਿਤ, ਆਦੀਵਾਸੀ ਹਿੰਦੂ ਤਵੀਆਂ ਦੇ ਥੱਲੇ ਸਫ਼ਰ ਕਰ ਰਹੇ ਨੇ, ਕਿਵੇਂ ਉਹਨਾਂ ਦੀ ਪੁਲਿਸ, ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਸ ਕਿਸਮ ਦੇ ਜਿਹੜੇ ਕਾਨੂੰਨ ਜਿਹੜੇ ਕੋਈ ਕਾਨੂੰਨ ਵੀ ਨਹੀਂ ਨੇ ਲੇਕਿਨ ਹਿੰਦੂ ਤਵੀਆਂ ਦੀਆਂ ਵਿਮਸ ਐਂਡ ਫੈਂਸਿਸ ਨੂੰ ਇੰਪਲੀਮੈਂਟ ਕਰ ਰਹੀ ਹੈ। ਇੱਕ ਖਬਰ ਇਲਾਹਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਹਵਾਲੇ ਨਾਲ ਹੈ। ਇਲਾਹਾਬਾਦ ਦਾ ਹੁਣ ਨਾਂ ਵੀ ਇਲਾਹਾਬਾਦ ਨਹੀਂ ਹੈ, ਉਹਨੂੰ ਪ੍ਰਯਾਗਰਾਜ, ਇਹਨੇ ਕਨਪਾਟਾ ਗੁੰਡਾ ਯੋਗੀ ਉਹਨੇ ਉਹਦਾ ਨਾਂ ਪ੍ਰਯਾਗਰਾਜ ਚੇਂਜ ਕੀਤਾ ਹੈ। ਹੁਣ ਵਾਈਸ ਚਾਂਸਲਰ ਇਲਾਹਾਬਾਦ ਦੀ ਬੜੀ ਪ੍ਰੈਸਟੀਜੀਅਸ ਯੂਨੀਵਰਸਿਟੀ ਹੈ, ਉਹਨੇ ਜਿਹੜਾ ਇੱਕ ਚਿੱਠੀ ਲਿਖੀ ਹੈ ਜਿਹੜੀ ਲੋਕਲ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ, ਔਰ ਉਹਦੇ 'ਚ ਇਹ ਵਾਈਸ ਚਾਂਸਲਰ ਨੇ ਇਹ ਕਿਹਾ, ਕਾਂਟ ਸਲੀਪ, Allahabad University's Vice Chancellor's letter on Azan. The letter said daily 5:30 a.m. call to prayers, Azan from the nearby mosque disturbs her sleep and that she is unable to sleep after that. ਉਹਨੇ ਕਿਹਾ ਜੀ ਮੈਂ ਸਵੇਰੇ 5:30 ਵਜੇ ਜਦੋਂ ਲਾਗਲੇ ਮਸਜਿਦ 'ਚੋਂ ਅਜ਼ਾਨ ਦੀ ਆਵਾਜ਼ ਆਉਂਦੀ ਹੈ ਤੇ ਮੇਰੀ ਨੀਂਦ ਖਰਾਬ ਹੋ ਜਾਂਦੀ ਹੈ, ਫਿਰ ਮੈਂ ਜਿਹੜੀ ਹੈ ਮੇਰੇ ਸੌ ਨਹੀਂ ਸਕਦੀ। ਔਰ ਉਹਨੇ ਲੈਟਰ ਦੇ ਵਿੱਚ ਇਹ ਕਿਹਾ ਕਿ ਵੀ ਇਹ ਨੋਇਜ਼ ਪੋਲਿਊਸ਼ਨ ਇਨ ਸਿਵਲ ਲਾਈਨਸ, ਇਹ ਸਿਵਲ ਲਾਈਨ 'ਚ ਰਹਿੰਦੀ ਹੈ ਕਿ ਇਹ ਨੋਇਜ਼ ਪੋਲਿਊਸ਼ਨ ਵੀ ਹੈ। ਔਰ ਇਸ ਬੀਬੀ ਦਾ ਨਾਂ ਸੰਗੀਤਾ ਸ਼੍ਰੀਵਾਸਤਵ ਹੈ ਔਰ ਉਹਨੇ ਟੌਪ ਮੋਸਟ ਪੁਲਿਸ ਆਫੀਸ਼ਲ ਨੂੰ ਕਿਹਾ ਕਿ ਫਿਰ ਮੇਰਾ ਸਾਰਾ ਦਿਨ ਦਾ ਜਿਹੜਾ sleep so disturbed doesn't resume even after trying very hard. This also results in a headache throughout the day, causing losses in working hours. ਮੇਰੀ ਨੀਂਦ, ਫਿਰ ਮੈਂ ਦਿਨੇ ਵੀ ਕੰਮ ਨਹੀਂ ਕਰ ਸਕਦੀ। ਮੇਰੇ ਜਿਹੜੇ ਇਹ ਵਾਈਸ ਚਾਂਸਲਰ ਕਹਿ ਰਹੀ ਹੈ ਵੀ ਇਹਨੂੰ ਅਜ਼ਾਨ ਨੂੰ ਬੰਦ ਕਰੋ। ਔਰ ਫਿਰ ਉਹ ਕਹਿ ਰਹੀ ਹੈ ਕਿ ਇੱਕ ਕਹਾਵਤ ਹੈ ਪੁਰਾਣੀ, your freedom ends where my nose begins, ਕਿ ਵੀ ਮੇਰੇ ਤੇ ਜਿਹੜੀ ਮੇਰੀ ਫਰੀਡਮ ਨੂੰ ਜਿਹੜਾ ਕਰਟਲ ਕਰਨਾ ਉਹਦਾ ਧਿਆਨ ਕਰੋ, ਇਹ ਦੂਜੀ ਧਰਮ ਦੀ ਫਰੀਡਮ ਦੀ ਗੱਲ ਨਹੀਂ ਹੈ। ਫਿਰ ਉਹ ਕਹਿੰਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਪਰ ਇਹ ਹੁਣ ਜਿਹੜਾ ਇਸ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਹੁਣ ਜਿਹੜਾ ਜਿਹਨੂੰ ਕੰਪਲੇਂਟ ਗਈ ਹੈ ਪੁਲਿਸ ਆਫੀਸ਼ੀਅਲ ਨੂੰ, ਉਹਨੂੰ ਕਹਿ ਰਿਹਾ ਜੀ ਸਾਨੂੰ ਹਾਂ ਲੈਟਰ ਮਿਲਿਆ ਵਾਈਸ ਚਾਂਸਲਰ ਦਾ ਔਰ ਅਸੀਂ ਇਹ ਦੇਖ ਰਹੇ ਹਾਂ ਵੀ ਆਲਰੇਡੀ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ that noise pollution is not permissible between 10 p.m. to 6 a.m. and no announcements are permitted using public address system, and if this is happening there should be specific permission else action will be taken. ਕਿ ਜੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ 10 ਵਜੇ ਤੋਂ 6 ਵਜੇ ਤੱਕ ਕੋਈ ਹੋ ਹੀ ਨਹੀਂ ਸਕਦਾ। ਸੋ ਉਹ ਕਹਿ ਰਹੇ ਜੀ ਅਸੀਂ ਦੇਖ ਰਹੇ ਹਾਂ ਵੀ ਇਹ ਕਿਵੇਂ ਹੋ ਰਿਹਾ ਔਰ ਅਸੀਂ ਇਹਦੇ ਖਿਲਾਫ ਜਿਹੜਾ ਐਕਸ਼ਨ ਲਵਾਂਗੇ। ਔਰ ਉਸ ਸਾਰੇ ਨੇ ਕਿਹਾ ਕਿ ਵੀ ਅਸੀਂ ਇਸ ਸਾਰੇ ਨੂੰ ਦੇਖ ਰਹੇ ਹਾਂ। ਹਾਲਾਂਕਿ ਇੱਕ ਲਖਨਊ ਬੇਸਡ ਮੁਸਲਿਮ ਕਲੈਰਿਕ ਨੇ ਕਿਹਾ ਜੀ ਇਹ ਗੰਗਾ ਜਮਨੀ ਤਹਿਜ਼ੀਬ ਹੈ, ਅਸੀਂ ਇੱਕ ਦੂਸਰੇ ਦਾ ਜੇ ਭਜਨ ਕੀਰਤਨ ਮੰਦਰਾਂ 'ਚ ਹੁੰਦਾ ਹੈ ਤੇ ਅਸੀਂ ਵੀ ਸੁਣਦੇ ਹਾਂ, ਜੇ ਅਜ਼ਾਨ ਮਿੰਟ ਦੀ ਹੁੰਦੀ ਹੈ ਉਹਦੇ ਨਾਲ ਕੀ ਫਰਕ ਪੈਂਦਾ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਈ ਉੱਥੇ ਕੀ ਮਾਹੌਲ ਸਿਰਜਿਆ ਜਾ ਚੁੱਕਾ ਹੈ ਮਾਈਨੋਰਟੀਜ਼ ਲਈ। ਔਰ ਮੁਸਲਮਾਨ ਨੰਬਰ ਜੇ ਅਸੀਂ ਦੇਖੀਏ ਕਿ ਵੀ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਨੰਬਰ 3 ਦੇ ਉੱਤੇ ਮੁਸਲਮਾਨਾਂ ਦੀ ਗਿਣਤੀ ਹੈ ਦੁਨੀਆ 'ਚ। 20 ਕਰੋੜ ਮੁਸਲਮਾਨ ਰਹਿੰਦੇ ਨੇ ਔਰ ਅੱਜ ਉਹਨਾਂ ਦੀ ਅਜ਼ਾਨ ਨੂੰ ਵਾਈਸ ਚਾਂਸਲਰ ਰੁਕਵਾ ਰਿਹਾ ਔਰ ਪੁਲਿਸ ਕੰਪਲਾਈ ਕਰ ਰਹੀ। ਹੁਣ ਪਾਕਿਸਤਾਨ ਦੇ ਹਵਾਲੇ ਨਾਲ ਇਹ ਨਹੀਂ ਕਿ ਵੀ ਅਸੀਂ ਕੋਈ ਲਾਈਕਸ ਲੈਣ ਲਈ ਉੱਥੋਂ ਵਾਲਿਆਂ ਦੇ ਆਪਣੀ ਜਿਹੜਾ YouTube ਤੇ ਜਾਂ ਦੂਜੇ ਜ਼ਿਕਰ ਕਰਦੇ। ਮੈਨੂੰ ਜਦੋਂ ਕੋਈ ਮੇਰੇ ਸਾਹਮਣੇ ਖਬਰ ਆਉਂਦੀ ਇੱਕਦਮ ਕੰਪੈਰੀਜ਼ਨ ਮਾਈਂਡ 'ਚ ਆਉਂਦਾ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਅਸੀਂ ਜ਼ਿਕਰ ਕੀਤਾ ਕਿ ਕਿਵੇਂ 14 ਮਾਰਚ ਦਾ ਦਿਨ ਜਿਹੜਾ ਪਹਿਲੀ ਚੇਤ ਹੈ ਪਾਕਿਸਤਾਨ ਦੇ ਵਿੱਚ, ਉਸ ਨੂੰ ਪੰਜਾਬੀ ਕਲਚਰ ਡੇ ਦੇ ਤੌਰ ਤੇ ਮਨਾਇਆ ਗਿਆ। ਉਹਨਾਂ ਦੇ ਜਿੰਨੇ ਵੀ 32-34 ਜ਼ਿਲ੍ਹੇ ਨੇ ਸਾਰਿਆਂ ਦੇ ਵਿੱਚ ਹੋਇਆ। ਔਰ ਮੈਂ
ਇੱਕ ਪਿਕਚਰ ਜਿਹੜੀ ਅੱਜ ਉੱਥੋਂ ਦੇ ਅਜੀਤ ਜਲੰਧਰ ਅਖਬਾਰ 'ਚ ਲੱਗੀ ਕਿ ਸ਼ੇਰੇ ਪੰਜਾਬ ਦੀ ਜੱਦੀ ਹਵੇਲੀ 'ਚ ਗੁਜਰਾਂਵਾਲਾ ਡੀਸੀ ਨੇ ਕੀਤੀ ਬੈਠਕ। ਹੁਣ ਮਹਾਰਾਜਾ ਰਣਜੀਤ ਸਿੰਘ ਜਿੱਥੇ ਪੈਦਾ ਹੋਏ ਉਹਨਾਂ ਦੀ ਜੱਦੀ ਹਵੇਲੀ ਹੈ, ਔਰ ਇਹ ਕਿਉਂਕਿ ਮੀਟਿੰਗ ਵੀ ਹੋਏਗੀ, ਲੇਕਿਨ ਮੈਂ ਦੇਖਿਆ ਕਿ ਡਿਪਟੀ ਕਮਿਸ਼ਨਰ ਪੱਗ ਬੰਨ੍ਹ ਕੇ ਦਸਤਾਰ ਸਜਾ ਕੇ ਬੈਠੇ ਨੇ, ਔਰ ਇਹ ਗੁਜਰਾਂਵਾਲੇ 'ਚ ਮਹਾਰਾਜਾ ਰਣਜੀਤ ਸਿੰਘ ਜਿੱਥੇ ਪੈਦਾ ਹੋਏ ਉਹਨਾਂ ਦੀ ਹਵੇਲੀ ਦੀ ਪਿਕਚਰ ਹੈ। ਔਰ ਉਹ ਉਹਨਾਂ ਜਾ ਕੇ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਲੈਫਟੀਨੈਂਟ ਸੁਹੇਲ ਅਸ਼ਰਫ ਵੱਲੋਂ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ 'ਚ ਮੌਜੂਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ 'ਚ ਐਡਮਿਨਿਸਟ੍ਰੇਟਿਵ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਇਹਦੇ 'ਚ ਉਹਨਾਂ ਨੇ ਦੱਸਿਆ ਹਾਜ਼ਰ ਅਧਿਕਾਰੀਆਂ ਨੂੰ ਕਿ 2 ਕਨਾਲ 'ਚ ਬਣੀ ਉਕਤ ਹਵੇਲੀ ਪੰਜਾਬੀਆਂ ਤੇ ਵਿਸ਼ੇਸ਼ ਤੌਰ ਤੇ ਸਿੱਖ ਭਾਈਚਾਰੇ ਦਾ ਵਿਰਾਸਤੀ ਤੇ ਯਾਦਗਾਰੀ ਸਥਾਨ ਹੈ। ਉਹਨਾਂ ਨੇ ਕਿਹਾ ਜੀ ਕਿ ਹਵੇਲੀ ਦੇ ਅਗਲੇ ਹਿੱਸੇ 'ਚ ਨਜਾਇਜ਼ ਢੰਗ ਨਾਲ 72 ਦੁਕਾਨਾਂ ਉਸਾਰੀਆਂ ਗਈਆਂ ਸੀ, ਨਜਾਇਜ਼ ਕਬਜ਼ੇ, ਜਿਨ੍ਹਾਂ ਨੂੰ ਕਾਰਵਾਈ ਕਰਕੇ ਜ਼ਮੀਨਦੋਜ਼ ਕਰ ਦਿੱਤਾ ਗਿਆ, ਔਰ ਅਸੀਂ ਇਸ ਨੂੰ ਖੋਲ੍ਹ ਰਹੇ ਹਾਂ ਤਾਂ ਕਿ ਜਿਹੜੇ ਬਾਹਰੋਂ ਸਿੱਖ ਯਾਤਰੂ ਆਉਂਦੇ ਨੇ ਉਹ ਦੇਖ ਸਕਣ ਕਿ ਭਾਈ ਉਹਨਾਂ ਦਾ ਪ੍ਰਾਈਡ ਜਿਹੜਾ ਪੰਜਾਬ ਦਾ ਸਾਂਝਾ ਪ੍ਰਾਈਡ ਹੈ ਮਹਾਰਾਜਾ ਰਣਜੀਤ ਸਿੰਘ, ਉਹ ਉਹਨਾਂ ਦਾ ਜਨਮ ਸਥਾਨ ਦੀ ਇਹ ਹਵੇਲੀ। ਹੁਣ ਇਹਨੂੰ ਤੁਸੀਂ ਅਜ਼ਾਨ ਵਾਲੀ ਖਬਰ ਦੇ ਨਾਲ ਮਿਲਾ ਕੇ ਦੇਖੋ। ਦੂਸਰਾ ਪਾਸਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਪਿਛਲੇ ਕੱਲ 1 ਸਾਲ ਹੋ ਗਿਆ ਜਦੋਂ ਦਾ ਬੰਦ ਕੀਤਾ ਹੈ। ਕੁੰਭ ਮੇਲੇ ਤੇ 1 ਕਰੋੜ ਹਿੰਦੂ ਇਕੱਠੇ ਹੋਣੇ ਨੇ, ਉਹਨਾਂ ਦੇ ਸਾਰੇ ਪ੍ਰੋਗਰਾਮ ਚੱਲ ਰਹੇ ਨੇ, ਪਬਲਿਕ ਰੈਲੀਜ਼ ਲੱਖਾਂ ਲੋਕ ਇਕੱਠੇ ਹੋ ਰਹੇ ਨੇ, ਲੇਕਿਨ ਉਹਨਾਂ ਨੇ ਇਸ ਨੂੰ ਬੰਦ ਕੀਤਾ ਹੋਇਆ। ਔਰ ਇਸ ਦੇ ਉੱਤੇ ਜਿਹੜਾ ਈਵਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਬੜੀ ਉਹਨਾਂ ਦੀ ਸਟਰੋਂਗਲੀ ਵਰਡਡ ਸਟੇਟਮੈਂਟ ਸੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਸ਼ੁੱਡ ਨਾਟ ਡਿਪਰਾਈਵ ਸਿੱਖਸ ਆਫ ਕਰਤਾਰਪੁਰ ਸਾਹਿਬ ਐਜ਼ ਇਟ ਡਾਇਰੈਕਟਲੀ ਇੰਪੈਕਟ ਸਿੱਖ ਸਾਈਕੀ। ਔਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ, ਉਹਨਾਂ ਦਾ ਵੀਡੀਓ ਮੈਸੇਜ ਹੈ, ਅਸੀਂ ਪਲੇ ਵੀ ਕਰ ਸਕਦੇ ਸੀ ਪਰ ਹੁਣ ਵਕਤ ਨਹੀਂ ਹੈ। ਉਹਨਾਂ ਨੇ ਕਿਹਾ ਵੀ ਮਾਰਚ 16 ਤੋਂ ਇਹ ਜਿਹੜਾ ਬੰਦ ਕੀਤਾ ਹੋਇਆ, ਔਰ ਸਾਡੀ ਸਿੱਖ ਕੌਮ ਦੀਆਂ ਦੁਆਵਾਂ ਦਾ ਸਦਕਾ ਪਿਛਲੇ ਸਾਲ ਇਹ 2019 ਦੇ ਵਿੱਚ ਖੁੱਲ੍ਹਿਆ ਸੀ। ਲੱਖਾਂ ਸਿੱਖ ਜਿਹੜੇ ਨੇ ਉਹ ਢਾਹ ਕੇ ਗਏ, ਫਿਰ ਅਚਾਨਕ ਇਸ ਨੂੰ 16 ਮਾਰਚ ਨੂੰ ਬੰਦ ਕਰ ਦਿੱਤਾ ਗਿਆ। Sikhs have been repeatedly requesting Indian government to reopen the Kartarpur corridor, but still the Indian government has been keeping this corridor closed। ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਸਾਡੀ ਗੱਲ ਨਹੀਂ ਸੁਣ ਰਹੇ, ਔਰ ਇਹ ਇੰਡੀਅਨ ਗਵਰਨਮੈਂਟ ਸ਼ੁੱਡ ਨਾਟ ਡਿਪਰਾਈਵ ਸਿੱਖਸ ਆਫ ਪੇਇੰਗ ਓਬੀਸੈਂਸ ਐਟ ਗੁਰਦੁਆਰਾ ਕਰਤਾਰਪੁਰ ਸਾਹਿਬ। ਇਹ ਸਾਡੀ ਜ਼ਹਿਨੀਅਤ ਦੇ ਉੱਤੇ ਬਹੁਤ ਅਸਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਤੁਸੀਂ 50-50 ਦੇ ਜਥੇ ਭੇਜਣੇ ਸ਼ੁਰੂ ਕਰੋ, ਉਹਨਾਂ ਦੇ ਉੱਤੇ ਜਿਹੜਾ ਜੋ ਵੀ ਮੈਡੀਕਲ ਰਿਕੁਆਇਰਮੈਂਟਸ ਨੇ ਉਹ ਤੁਸੀਂ ਪੂਰੀਆਂ ਕਰੋ, ਪਰ ਇਹ ਤੁਸੀਂ ਔਰ ਅਸੀਂ ਉਸ ਤੋਂ ਪਹਿਲਾਂ ਦੇਖਿਆ ਕਿ 21 ਫਰਵਰੀ ਨੂੰ ਜਦੋਂ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਯਾਦਗਾਰ ਦੇ ਮਨਾਉਣ ਦੇ ਲਈ ਜਥਾ ਜਾਣਾ ਸੀ, ਉਸ ਨੂੰ ਰੋਕ ਦਿੱਤਾ ਗਿਆ ਸੀ ਐਨ ਅਖੀਰਲੇ ਮਿੰਟ ਤੇ 24 ਘੰਟੇ ਪਹਿਲਾਂ। ਔਰ ਹੁਣ ਜਦੋਂ ਅਸੀਂ ਇਹ ਕਿਹਾ ਕਿ ਭਾਈ ਅਜੀਬੋ ਗਰੀਬ ਬਹਾਨਾ ਲਾਇਆ ਹੋਮ ਮਿਨਿਸਟਰੀ ਨੂੰ, ਜਦੋਂ ਕੱਲ ਇਸ ਦੇ ਉੱਤੇ ਸਵਾਲ ਪੁੱਛਿਆ ਗਿਆ ਤੇ ਉਹਨਾਂ ਦਾ ਜੋ ਹੋਮ ਮਿਨਿਸਟਰੀ ਇਹ ਜਵਾਬ ਦਿੰਦੀ ਹੈ 1974 ਦਾ ਬਾਈਲੇਟਰਲ ਪ੍ਰੋਟੋਕਾਲ ਔਨ ਵਿਜ਼ਿਟਸ ਟੂ ਰਿਲੀਜੀਅਸ ਸ਼ਰਾਈਨਸ ਬਿਟਵੀਨ ਦਾ 2 ਕੰਟਰੀਜ਼। ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹੜਾ 1974 ਦੇ ਵਿੱਚ ਬਾਈਲੇਟਰਲ ਪ੍ਰੋਟੋਕਾਲ ਸੀ, ਸਿਰਫ 4 ਮੌਕਿਆਂ ਦੇ ਉੱਤੇ, ਵਿਸਾਖੀ ਦੇ ਮੌਕੇ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਔਰ ਗੁਰੂ ਨਾਨਕ ਸਾਹਿਬ ਜਨਮ ਸੈਲੀਬ੍ਰੇਸ਼ਨ ਹੀ ਜਥੇ ਜਾ ਸਕਦੇ ਨੇ। 21 ਫਰਵਰੀ ਨੂੰ ਪਹਿਲਾਂ ਕਦੇ ਗਿਆ ਨਹੀਂ ਹੈ, ਇਸ ਲਈ ਅਸੀਂ ਤਾਂ ਉਹ ਪ੍ਰੋਟੋਕਾਲ ਫੋਲੋ ਕੀਤਾ। ਹੁਣ ਮਤਲਬ ਇਹ ਤੁਸੀਂ ਦੇਖੋ ਕਿ ਵੀ ਕਿਵੇਂ ਬੇਈਮਾਨੀ ਭਰਿਆ ਜਵਾਬ ਹੈ। ਉਹ ਭਾਈ 100 ਸਾਲ ਹੋਏ ਨੇ, ਹੁਣ 100 ਸਾਲ ਪਹਿਲਾਂ ਤਾਂ ਨਹੀਂ ਸੀ ਹੋਏ ਜਿਹਦੇ ਲਈ ਜਥਾ ਜਾਣਾ ਸੀ, ਲੇਕਿਨ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਵੇਂ ਡਿਸਕਰੇਜ ਨਹੀਂ ਕਰ ਰਹੇ, ਇਹ ਸਿੱਖਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦੇ ਨਾਲ ਖੇਡ ਰਹੇ ਨੇ। ਔਰ ਇਸ ਦੇ ਉੱਤੇ ਜਿਹੜਾ ਬੜਾ ਅੱਜ ਮੀਡੀਆ 'ਚ ਵੀ ਚਰਚਾ ਹੈ, ਨਾਓ ਇੰਡੀਆ ਸਾਈਟਸ ਡਿਫਰੈਂਟ ਐਕਸਕਿਊਜ਼ ਫॉर denying Sikhs not to visit ਨਨਕਾਣਾ ਸਾਹਿਬ ਇਨ ਪਾਕਿਸਤਾਨ। ਔਰ ਸਾਡਾ ਇਹ ਫੀਅਰ ਹੈ ਕਿ ਈਵਨ ਜਿਹੜਾ 3000 ਦਾ ਜਥਾ ਹੁਣ ਵਿਸਾਖੀ ਦੇ ਮੌਕੇ 14 ਅਪ੍ਰੈਲ ਨੂੰ ਜਾਂਦਾ ਹਰ ਸਾਲ ਦਰਸ਼ਨ, ਉਹਨੂੰ ਵੀ ਡਿਨਾਈ ਕੀਤਾ ਜਾਏਗਾ ਆਨਾ ਬਹਾਨਾ ਲਾ ਕੇ। ਆਲਰੇਡੀ ਉਹਨਾਂ ਦੀਆਂ ਖਬਰਾਂ ਕਿ ਜੀ ਪੰਜਾਬ ਦੇ ਵਿੱਚ ਕੋਵਿਡ ਕੇਸ ਬਹੁਤ ਵੱਧ ਗਏ ਨੇ, ਨੰਬਰ ਸਭ ਤੋਂ ਜ਼ਿਆਦਾ ਹੋ ਗਿਆ, ਸੋ ਇਹ ਵੀ ਜਿਹੜੀਆਂ ਨੇ ਰੋਕਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੇ। ਔਰ ਅਸੀਂ ਅੱਜ ਕਲੋਜ਼ਿੰਗ ਦੇ ਵਿੱਚ
3 ਕਬੀਰ ਸਾਹਿਬ ਦੇ ਸ਼ਲੋਕ ਔਰ ਇਹਦੇ ਨਾਲ ਕਬੀਰ ਸਾਹਿਬ ਦੇ ਸ਼ਲੋਕ ਉਹਨਾਂ ਦਾ ਭੋਗ ਪਿਆ ਔਰ ਅਸੀਂ ਉਹਨਾਂ ਦੀ ਅਜੇ ਬਾਣੀ ਜਿਹੜੀ ਅੱਡ-ਅੱਡ ਰਾਗਾਂ 'ਚ ਹੈ ਉਹਨੂੰ ਜਾਰੀ ਰੱਖਾਂਗੇ। ਅੱਛਾ। ਔਰ ਇਹ ਪਹਿਲਾ ਸ਼ਲੋਕ ਹੈ, ਢੂੰਡਤ ਡੋਲੇ ਅੰਧਗਤ ਔਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈ ਹੈ ਬਿਨ ਭਗਤੋ ਭਗਵੰਤ। ਇਹ ਉਹਨਾਂ ਨੇ ਭਗਤ ਨਾਮਦੇਵ ਜੀ ਦੇ ਨਾਮ ਇਹ ਸ਼ਲੋਕ ਕੀਤਾ ਹੈ। ਅੱਛਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਡੋਲਦੇ ਨੇ ਰੱਬ ਦੇ ਰਸਤੇ ਤੇ ਤੁਰਦੇ ਆ, ਬਿਲਕੁਲ ਭਟਕਦੇ ਹੋਏ ਨੇ, ਆਲੇ ਦੁਆਲੇ ਜਿਹੜੇ ਨੇ ਉਹ ਅਸਲੀ ਸੰਤ ਦੇ ਨਾਲ ਨਹੀਂ ਜੁੜਦੇ, ਗਲਤ ਥਾਂ ਤੇ ਜਾਂਦੇ ਨੇ। ਢੂੰਡਤ ਡੋਲੇ ਅੰਧਗਤ ਔਰ ਚੀਨਤ ਨਾਹੀ ਸੰਤ, ਸੱਚੇ ਸੰਤ ਨੂੰ, ਸੱਚੇ ਮੁਰਸ਼ਦ ਨੂੰ, ਸੱਚੇ ਗੁਰੂ ਨੂੰ, ਸੱਚੇ ਨਬੀ ਨੂੰ ਉਹ ਨਹੀਂ ਲੱਭਦੇ। ਕਹਿ ਨਾਮਾ ਕਿਉਂ ਪਾਈ ਹੈ ਬਿਨ ਭਗਤੋ ਭਗਵੰਤ। ਕਿ ਨਾਮਦੇਵ ਇਹ ਕਹਿੰਦੇ ਨੇ, ਕਬੀਰ ਸਾਹਿਬ ਕਹਿ ਰਹੇ ਨੇ ਕਿ ਭਾਈ ਉਹਨਾਂ ਨੂੰ ਬਿਨਾਂ ਬੰਦਗੀ ਤੋਂ ਰੱਬ ਨਹੀਂ ਮਿਲ ਸਕਦਾ ਤੇ ਬੰਦਗੀ ਦੇ ਰਸਤੇ ਤੇ ਸੱਚਾ ਸੰਤ, ਸੱਚਾ ਗੁਰੂ ਤੋਰ ਸਕਦਾ ਹੈ। ਦੂਸਰਾ ਸ਼ਲੋਕ ਉਹਨਾਂ ਨੇ ਭਗਤ ਰਵਿਦਾਸ ਜੀ ਦੇ ਨਾਮ ਕਰਦੇ ਆ, ਉਹਨਾਂ ਨੂੰ ਕੋਟ ਕੀਤਾ ਹੈ, ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜ਼ਖ ਜਾਏਂਗੇ ਸਤ ਭਾਖੈ ਰਵਿਦਾਸ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਰਵਿਦਾਸ ਜੀ ਨੇ ਬਿਲਕੁਲ ਸੱਚ ਫਰਮਾਇਆ ਕਿ ਹਰ ਸੋ ਹੀਰਾ ਛੱਡ ਕੇ, ਕਿ ਰੱਬ ਵਰਗਾ ਕੀਮਤੀ ਹੀਰਾ ਡਾਇਮੰਡ, ਰੱਬ ਦਾ ਨਾਂ ਨੂੰ ਛੱਡ ਕੇ ਕਰੈ ਆਨ ਕੀ ਆਸ, ਜਿਹੜੇ ਦੂਸਰੇ ਕਿਸੇ ਤੋਂ ਆਸ ਕਰਦੇ ਨੇ, ਕਿਸੇ ਦੂਸਰੇ ਦੇ ਉੱਤੇ ਆਪਣਾ ਤਕੀਆ ਰੱਖਦੇ ਨੇ, ਟੇਕ ਰੱਖਦੇ ਨੇ, ਤੇ ਨਰ ਦੋਜ਼ਖ ਜਾਏਂਗੇ। ਦੋਜ਼ਖ ਔਰ ਬਹਿਸ਼ਤ, ਨਰਕ ਔਰ ਸਵਰਗ। ਔਰ ਸਤ ਭਾਖਿਆ ਰਵਿਦਾਸ, ਕਿ ਰਵਿਦਾਸ ਜੀ ਸੱਚ ਕਹਿੰਦੇ ਨੇ ਉਹ ਲੋਕ ਦੋਜ਼ਖ 'ਚ ਜਾਣਗੇ ਜਿਹੜੇ ਰੱਬ ਦੀ ਯਾਦ ਨੂੰ ਛੱਡ ਕੇ, ਰੱਬ ਦਾ ਰਸਤਾ ਛੱਡ ਕੇ ਹੋਰਨਾਂ ਥਾਵਾਂ ਦੇ ਉੱਤੇ ਹੋਰ ਮਾਇਆ ਦੀ ਗਫਲਤ ਦੇ ਵਿੱਚ ਸੁੱਤੇ ਹੋਏ ਨੇ। ਉਹਨਾਂ ਦੇ ਲਈ ਦੋਜ਼ਖ ਹੈ, ਹੋਰ ਕੋਈ ਉਹਨਾਂ ਦੇ ਲਈ ਥਾਂ ਨਹੀਂ ਹੈ। ਤੇ ਅਖੀਰਲਾ ਸ਼ਲੋਕ 243 ਸ਼ਲੋਕ ਨੇ ਕਬੀਰ ਸਾਹਿਬ ਦੇ, ਤੇ 243ਵਾਂ ਸ਼ਲੋਕ ਹੈ, ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਪਾਗ। ਹੁਣ ਜ਼ਾਹਰ ਹੈ ਕਿ ਇੱਕ ਤਬਕਾ ਭਾਰਤ ਦੇ ਵਿੱਚ ਜਿੱਥੇ ਕਿ ਜੋਗੀ, ਸੰਤ, ਫਕੀਰ, ਮਲੰਗ, ਇਹ ਟ੍ਰੈਡੀਸ਼ਨ ਨੂੰ ਬਹੁਤ ਲੋਕ ਵੀ ਜਿਹੜਾ ਘਰੋਂ ਦੌੜ ਜਾਂਦਾ ਹੈ, ਵਿਆਹ ਨਹੀਂ ਕਰਦਾ, ਉਹਨੂੰ ਸੰਤ ਬਣਾ ਲੈਂਦੇ ਨੇ, ਭਾਵੇਂ ਸਿਰੇ ਦਾ ਪਖੰਡੀ ਹੋਏ। ਲੇਕਿਨ ਉਹ ਵੀ ਨੇ ਜਿਹੜੇ ਸੱਚਮੁੱਚ ਆਪਣਾ ਘਰ-ਬਾਰ ਛੱਡਦੇ ਨੇ, ਉਹਨਾਂ ਦੇ ਅੰਦਰ ਉਹ ਚਾਹਨਾ ਹੁੰਦੀ ਹੈ ਸੱਚ ਦੀ ਤਲਾਸ਼, ਉਹਨਾਂ ਦੇ ਅੰਦਰ ਇਹ ਸਵਾਲ ਹੁੰਦਾ ਹੈ, ਮੈਂ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾਣਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ। ਬੁੱਧ ਨੇ ਵੀ ਆਪਣੀ ਵਾਈਫ, ਆਪਣਾ ਬੱਚਾ ਰਾਹੁਲ ਛੱਡਿਆ ਔਰ ਸੱਚ ਦੀ ਤਲਾਸ਼ 'ਚ ਨਿਕਲਿਆ। ਸੋ ਇਸ ਕਿਸਮ ਦੇ ਵੀ ਨੇ ਜਿਹੜੇ ਸੱਚਮੁੱਚ ਹੀ ਘਰੋਂ ਤਾਂ ਨਿਕਲਦੇ ਨੇ, ਉਹਨਾਂ ਦੇ ਅੰਦਰ ਸੱਚ ਦੀ ਤਲਬ ਹੁੰਦੀ ਹੈ, ਪਰ ਅਖੀਰ ਕਿਤੇ ਨਾ ਕਿਤੇ ਆ ਕੇ ਉਹ ਫਕੀਰ ਹੋ ਕੇ ਵੀ ਮਾਇਆ ਤੋਂ ਖਹਿੜਾ ਛੁਡਾ ਨਹੀਂ ਸਕਦੇ। ਉਸ ਦੇ ਬੰਧਨ 'ਚ, ਉਸ ਦੀ ਲਾਲਚ, ਉਸ ਦਾ ਥਾਟ, ਕਿਉਂਕਿ ਘਰੋਂ ਦੌੜ ਜਾਓ, ਮਨ ਤਾਂ ਨਹੀਂ ਨਾ ਉੱਥੇ ਘਰੋਂ ਦੌੜਿਆ, ਮਨ ਤਾਂ ਨਾਲ ਦੌੜ ਰਿਹਾ ਤੁਹਾਡੇ। ਔਰ ਤੁਸੀਂ ਜਿੱਥੇ ਮਰਜ਼ੀ ਆ ਕੇ ਬੈਠੋ, ਜੇ ਤੁਹਾਡੀਆਂ ਡਿਜ਼ਾਇਰਸ ਨਹੀਂ ਮੁੱਕੀਆਂ, ਇੱਕ ਇਹ ਹੈ ਕਿ ਵੀ ਤੁਸੀਂ ਘਰ 'ਚ ਰਹਿੰਦੇ ਆ ਵੀ, ਆਪਣੇ ਫਰਜ਼ ਪੂਰੇ ਕਰਦੇ ਆ ਵੀ, ਰੱਬ ਨਾਲ ਜੁੜੇ ਰਹਿ ਸਕਦੇ ਹੋ, ਆਪਣੇ ਡਿਜ਼ਾਇਰਸ ਤੋਂ ਮੁਕਤ ਹੋ ਸਕਦੇ ਹੋ। ਜਿਹੜਾ ਰਸਤਾ ਗੁਰਮਤ ਦਾ, ਗੁਰਸਿੱਖੀ ਦਾ, ਜਿਹਨੂੰ ਜੀਵਨ ਮੁਕਤ ਕਿਹਾ, ਅਸੀਂ ਇਸ 'ਚ ਯਕੀਨ ਨਹੀਂ ਕਰਦੇ ਕਿ ਕੋਈ ਮਰਨ ਤੋਂ ਬਾਅਦ ਕੋਈ ਮੁਕਤੀ ਹੋਏਗੀ, ਇਸ ਤੇ ਜਿਉਂਦੇ ਜੀ ਹੈ। ਔਰ ਉਹ ਵੀ ਗੁਰੂ ਸਾਹਿਬ ਨੇ ਫਰਮਾਇਆ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਕਿ ਤੁਸੀਂ ਪਰਿਵਾਰ 'ਚ ਰਹਿੰਦੇ ਆ, ਇੱਕ ਪਤੀ ਪਤਨੀ, ਭੈਣ ਭਰਾ, ਫਾਦਰ ਸਨ, ਫਾਦਰ ਡਾਟਰ, ਆਪਣੇ ਸਾਰੇ ਰਿਲੇਸ਼ਨਸ ਨਿਭਾਉਂਦੇ ਆ ਵੀ ਤੁਸੀਂ ਰੱਬ ਦੇ ਨਾਲ ਜੁੜੇ ਰਹਿ ਸਕਦੇ ਹੋ। ਹੁਣ ਕਬੀਰ ਸਾਹਿਬ ਨੇ ਇਸ ਸ਼ਲੋਕ 'ਚ ਦੋਨੋਂ ਹੀ ਆਪਸ਼ਨਸ ਦਿੱਤੀਆਂ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਕਿ ਜੇ ਤੂੰ ਘਰ ਕਰਨਾ ਹੈ, ਗ੍ਰਸਤੀ ਹੋਣਾ ਹੈ, ਵਾਈਫ, ਹਸਬੈਂਡ, ਫੈਮਿਲੀ ਦਾ ਜੀਵਨ ਜਿਉਣਾ ਹੈ, ਤਾਂ ਫਿਰ ਤੇਰੀ ਉਸ ਜੀਵਨ ਦੇ ਵਿੱਚ ਧਰਮ ਹੋਏ, ਇਮਾਨਦਾਰੀ ਹੋਏ, ਨੇਕ ਕਿਰਤ ਹੋਏ, ਨਾ ਹੀ ਤਾਂ ਕਰ ਬੈਰਾਗ, ਨਹੀਂ ਤਾਂ ਫਿਰ ਛੱਡ ਦੇ ਘਰ ਨੂੰ। ਪਰ ਇੱਕ ਗੱਲ ਦਾ ਧਿਆਨ ਰੱਖ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਕਿ ਜੇ ਘਰ ਛੱਡ ਕੇ ਤੂੰ ਵੈਰਾਗੀ ਹੋ ਗਿਆ, ਪਰ ਇਹਦੇ ਬਾਵਜੂਦ ਤੂੰ ਮਾਇਆ ਦੇ ਵਿੱਚ ਫਸਿਆ ਹੋਇਆ, ਤੇ ਤੇਰੇ ਤੋਂ ਵੱਡਾ ਮੰਦਭਾਗਾ ਇਨਸਾਨ
ਹੋਰ ਕੋਈ नहीं है, क्योंकि तू गृहस्थ ਦਾ ਸਵਾਦ ਵੀ ਗਵਾਇਆ ਔਰ ਰੱਬ ਵੀ ਨਹੀਂ ਮਿਲਿਆ। ਔਰ ਜਿਸ ਨੂੰ ਕਬੀਰ ਸਾਹਿਬ ਨੇ ਕਿਹਾ ਕਿ ਦੁਬਿਧਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਰੈਸਟ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।